ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਸੋ ਸਟੂਡੈਂਟਸ ਦੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਸੋ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਅੱਜ ਤੁਹਾਨੂੰ ਇਸ ਸ਼ੋਅ ਦੇ ਵਿੱਚ ਮਿਲਣਗੇ। ਕੈਨੇਡਾ ਨੂੰ ਲੈ ਕੇ ਖਾਸ ਕਰਕੇ ਕੋਈ ਵੀ ਸਵਾਲ ਹੈਗਾ, ਉੱਥੋਂ ਦੇ ਕਾਲਜ ਯੂਨੀਵਰਸਿਟੀਜ਼ ਨੂੰ ਲੈ ਕੇ ਕੋਈ ਵੀ ਸਵਾਲ ਹੈਗਾ ਤੇ ਅੱਜ ਦਾ ਇਹ ਸ਼ੋਅ ਤੁਹਾਡੇ ਲਈ ਬਹੁਤ ਖਾਸ ਰਹਿਣ ਵਾਲਾ ਹੈ ਕਿਉਂਕਿ ਪਾਇਨੀਅਰ ਇਮੀਗ੍ਰੇਸ਼ਨ ਤੋਂ ਅਸੀਂ ਇਨਵਾਈਟ ਕੀਤੇ ਨੇ ਸਾਡੇ ਐਕਸਪਰਟ। ਪਹਿਲਾਂ ਮੈਂ ਦੱਸ ਦਿੰਦੀ ਹਾਂ ਜੀ ਕਿ ਨੰਬਰ ਨੋਟ ਕਰ ਲਓ, ਇਹ ਬਹੁਤ ਜ਼ਰੂਰੀ ਹੈਗਾ। ਇਹਨਾਂ ਨੰਬਰ ਤੇ ਤੁਸੀਂ ਕਾਲ ਕਰੋ, ਪ੍ਰੋਪਰ ਕਾਉਂਸਲਿੰਗ ਲਓ। ਸੋ ਜਦੋਂ ਕੈਨੇਡਾ ਦੀ ਗੱਲ ਆਉਂਦੀ ਹੈ, ਹੁਣ ਜਿਹੜੇ ਇਨਟੇਕ ਆਉਣ ਵਾਲੇ ਨੇ, ਕਿਤੇ ਨਾ ਕਿਤੇ ਬੱਚਿਆਂ ਦੇ ਮਨ 'ਚ ਬੜੀ ਕਨਫਿਊਜ਼ਨ ਬਣੀ ਹੋਈ ਹੈ। ਸੋ ਵੀਜ਼ਾ ਮਿਲੇਗਾ ਕਿ ਨਹੀਂ ਮਿਲੇਗਾ, ਜਾਂ ਫਿਰ ਸੀਟਸ ਸਾਰੇ ਕਹਿ ਰਹੇ ਨੇ ਕਿ ਮਈ ਇਨਟੇਕ ਦੀਆਂ ਸੀਟਸ ਫੁੱਲ ਨੇ, ਸਤੰਬਰ ਵੀ ਆਲਮੋਸਟ ਫੁੱਲ ਹੋ ਗਿਆ, ਹੁਣ ਜਨਵਰੀ 'ਚ ਜਾ ਕੇ ਮਿਲੇਗਾ। ਸੋ ਇਹ ਸਾਰੇ ਸਵਾਲਾਂ ਦੇ ਜਵਾਬ ਹੁਣ ਤੁਹਾਨੂੰ ਮਿਲਣਗੇ ਬਿਕਾਜ਼ ਅਸੀਂ ਅੱਜ ਪਾਇਨੀਅਰ ਇਮੀਗ੍ਰੇਸ਼ਨ ਤੋਂ ਮਿਸਟਰ ਰਵੀ ਗਰਗ ਜੀ ਤਾਂ ਸਾਡੇ ਨਾਲ ਹੋਣਗੇ ਹੀ ਹੋਣਗੇ। ਇਸ ਤੋਂ ਇਲਾਵਾ ਕੈਨੇਡਾ ਦਾ ਸੂ ਕਾਲਜ ਤੁਸੀਂ ਵੀ ਸੁਣਿਆ ਹੋਏਗਾ, ਬਹੁਤ ਫੇਮਸ ਕਾਲਜ ਹੈਗਾ ਜਿਹੜਾ, ਉੱਥੋਂ ਦੇ ਮੈਨੇਜਰ ਲਵਜੀਤ ਅੱਜ ਸਾਡੇ ਨਾਲ ਨੇ। ਵੈਲਕਮ ਕਰ ਲੈਂਦੇ ਹਾਂ। ਹੈਲੋ, ਵੈਲਕਮ ਹੈ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਮਿਸਟਰ ਰਵੀ ਗਰਗ, ਸਤਿ ਸ਼੍ਰੀ ਅਕਾਲ ਸਰ, ਵੈਲਕਮ ਟੂ ਦੀ ਸ਼ੋਅ। ਪ੍ਰੀਤ ਜੀ, ਸ਼ੋਅ 'ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ, ਔਰ ਲਵਜੀਤ, ਸਭ ਤੋਂ ਪਹਿਲਾਂ ਤੁਹਾਡੇ ਕੋਲ ਹੀ ਸਵਾਲ ਪੁੱਛਾਂਗੀ, ਸੂ ਕਾਲਜ ਹੈ ਨਾ, ਤੇ ਕਿੱਦਾਂ ਕਿੱਦਾਂ ਇਹ ਕਾਲਜ ਹੈਗਾ ਆ? See, if I talk about SU is a public institution, being as a public institution, Government College 1965 ਚ established ਹੋਇਆ ਸੀ। And if I talk about the Indian student, we have good number of Indian student, not only just Indian, we have student from more than 40 countries, ਜਿਨ੍ਹਾਂ ਵਿੱਚੋਂ international student apply ਕਰਕੇ ਆਪਣੀ international education further continue ਕਰਦੇ ਆ। ਬਿਫੋਰ ਆਈ ਸਟਾਰਟ, ਮੈਂ ਸਾਰੇ ਸਟੂਡੈਂਟਸ ਨੂੰ ਵੈਲਕਮ ਕਰਾਂਗਾ, ਉਹਨਾਂ ਸਾਰੇ ਸਟੂਡੈਂਟ, ਬਿਕੋਜ਼ ਤੁਹਾਡਾ ਕੰਸਰਨ ਜੋ ਤੁਸੀਂ ਸਟਾਰਟ ਕੀਤਾ ਕਿ ਕੀ ਮਈ ਇਨਟੇਕ ਕਲੋਜ਼ ਹੋ ਚੁੱਕਾ, ਸਤੰਬਰ ਇਨਟੇਕ ਅਸੀਂ ਜਸਟ ਯੈਸਟਰਡੇ ਓਪਨ ਕੀਤਾ ਹੈ। ਇਹਦੇ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ, ਵੀ ਹੈਵ ਓਪਨ ਆਰ all 3 campuses because SU ਕਾਲਜ ਜਿਹਨੂੰ SALT ਲਿਖਿਆ ਜਾਂਦਾ SAULT, ਬਟ pronunciation is a SU। being as a public institution, ਸਾਡੇ ਕੋਲ ਟੋਰਾਂਟੋ, ਬਰੈਂਪਟਨ ਐਂਡ ਸੂ ਸੇਂਟ ਮੇਰੀ ਤਿੰਨੋਂ ਕੈਂਪਸਿਸ ਅਵੇਲੇਬਲ ਨੇ। ਇਹਨਾਂ ਤਿੰਨੋਂ ਕੈਂਪਸਿਸ ਦੇ ਵਿੱਚ ਅੰਡਰਗ੍ਰੈਡ ਤੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਅਵੇਲੇਬਲ ਨੇ। along with September intake, if any student who is looking for May intake, we have campus in Sault Ste. Marie ਜਿਹਦੇ ਕਾਫੀ ਸਾਰੇ ਪ੍ਰੋਗਰਾਮ ਅਜੇ ਵੀ ਅਸੀਂ ਰੀਓਪਨ ਕੀਤੇ ਆ। ਇਟ ਮੀਨਸ ਜੇ ਕੋਈ ਸਟੂਡੈਂਟ ਇੰਟਰਸਟਿਡ ਹੈ ਜਿਨ੍ਹਾਂ ਦੇ 6 overall 5.5 in one module, even for PG program they want to apply till May intake, still we can accept some application, but from September intake ਸਾਡੀ IELTS requirement is 6.5 no less than 6 for our PG program, for undergrad 6 overall 5.5 in one module acceptable। ਓਕੇ, ਅੱਛਾ ਲਵਜੀਤ, ਜਿਵੇਂ ਕਿ ਹੁਣ ਆਲਮੋਸਟ ਅਸੀਂ ਵੀ ਸ਼ੋਜ਼ ਕਰਦੇ ਹਾਂ, ਕਿਹਾ ਜਾ ਰਿਹਾ ਕਿ ਕੈਨੇਡਾ ਵੀਜ਼ਾ ਪ੍ਰੋਸੈਸ ਟਾਈਮ ਸਲੋ ਆ, ਸੋ ਮਈ ਇਨਟੇਕ ਤਾਂ ਆਲਮੋਸਟ ਫੁੱਲ ਹੈ। ਜੇਕਰ ਅਸੀਂ ਅਪਲਾਈ ਕਰਾਂਗੇ, ਰਿਫਿਊਜ਼ਲ ਆਏਗੀ। ਦੂਸਰੀ ਗੱਲ, 5.5 ਵਾਲਿਆਂ ਨੂੰ, ਇੱਕ ਮੋਡਿਊਲ ਚੋਂ 5.5 ਵਾਲਿਆਂ ਨੂੰ ਕਿਹਾ ਜਾ ਰਿਹਾ ਕਿ ਹੁਣ ਤੁਸੀਂ ਅਪਲਾਈ ਨਾ ਕਰੋ ਬਿਕਾਜ਼ ਰਿਫਿਊਜ਼ਲ ਰੇਟ ਕਾਫੀ ਜ਼ਿਆਦਾ ਹੋਣਗੇ, ਕਿਉਂਕਿ ਹੁਣ ਕੈਨੇਡਾ ਬਹੁਤ ਕ੍ਰੀਮ ਸਟੂਡੈਂਟ 6.5 ਬੈਂਡ ਵਾਲਿਆਂ ਨੂੰ ਹੀ ਲਏਗਾ। ਸੋ ਸੂ ਕਾਲਜ ਦੇ ਵਿੱਚ ਹੈ ਸੀ। ਜੇ ਮੈਂ ਕੈਨੇਡਾ ਦੀ ਗੱਲ ਕਰਾਂ, ਕੈਨੇਡਾ ਸ਼ੁਰੂ ਤੋਂ ਹੀ ਕੁਆਲਿਟੀ ਮੇਨਟੇਨ ਕਰਦਾ ਰਿਹਾ। ਕੁਆਲਿਟੀ ਇਜ਼ ਨਾਟ ਓਨਲੀ ਜਸਟ ਵਿਦ ਯਰ IELTS 6 ਈਚ ਆ ਗਏ ਕਿ ਤੁਹਾਡਾ ਵੀਜ਼ਾ ਆਏਗਾ ਹੀ ਆਏਗਾ। ਇਟਸ ਆਲ ਅਬਾਊਟ ਯਰ ਅਕੈਡਮਿਕ ਰਿਕੁਆਇਰਮੈਂਟ ਐਜ਼ ਵੈਲ। ਹਰ ਇੱਕ ਕਾਲਜ ਦੀ, ਹਰ ਇੱਕ ਪ੍ਰੋਗਰਾਮ ਦੀ ਜਿਹੜੀ ਰਿਕੁਆਇਰਮੈਂਟ ਆ, ਅਸੀਂ ਲਾਸਟ ਸ਼ੋਅ 'ਚ ਜਾਂ ਲਾਸਟ ਬਿਫੋਰ ਦਿਸ ਸੈਸ਼ਨ ਅਸੀਂ ਗੱਲ ਕਰ ਰਹੇ ਸੀ ਕਿ ਦੇਰ ਸੋ ਮੈਨੀ ਸਟੂਡੈਂਟ। ਜੇ ਅਸੀਂ ਅੱਜ ਤੋਂ ਲਗਭਗ 3-4 ਸਾਲ ਪਹਿਲਾਂ ਦੀ ਗੱਲ ਕਰੀਏ, ਦੀ ਇੰਸਟੀਟਿਊਸ਼ਨਸ ਦੇ ਜਿਹੜੇ ਨੰਬਰ ਸੀ ਉਹ ਕਾਫੀ ਲਿਮਿਟਿਡ ਸੀਗੇ ਕੈਨੇਡਾ ਦੇ ਲਈ। ਬਟ ਜੇ ਅਸੀਂ ਗੱਲ ਕਰੀਏ ਸਟੂਡੈਂਟਸ ਦੀ ਜਿਹੜੇ ਇੰਟਰਸਟ ਸੀ, ਉਹ ਵੀ ਬਹੁਤ ਫੋਕਸ ਹੋਇਆ ਕਰਦਾ ਸੀ। ਇਸ ਮੂਮੈਂਟ 'ਚ ਬਹੁਤ ਸਾਰੇ ਪ੍ਰਾਈਵੇਟ ਕਾਲਜਿਸ ਜਿਹੜੇ ਅਵੇਲੇਬਲ ਹੈਗੇ ਨੇ, ਜਿਨ੍ਹਾਂ ਦੇ ਕਰਕੇ ਸਟੂਡੈਂਟ ਸਮ ਟਾਈਮ ਦੇ ਡੋਂਟ ਗੈਟ ਦੀ ਐਗਜ਼ੈਕਟ ਇਨਫੋਰਮੇਸ਼ਨ ਜਾਂ ਰਾਈਟ ਪ੍ਰੋਗਰਾਮ, ਰਾਈਟ ਸਿਲੈਕਸ਼ਨ। ਸੋ ਕੋਈ ਵੀ ਸਟੂਡੈਂਟ, ਜਦੋਂ ਤੁਸੀਂ ਕਿਸੇ ਵੀ ਕੰਟਰੀ ਨੂੰ ਡਿਸਾਈਡ ਕਰਦੇ ਹੋ, ਕੋਸ਼ਿਸ਼ ਕਰੋ ਜਿਸ ਕਾਲਜ ਯੂਨੀਵਰਸਿਟੀ ਅਪਲਾਈ ਕਰ ਰਹੇ ਹੋ, ਤੁਹਾਡੇ ਰਿਸਪੈਕਟਡ ਪਾਰਟਨਰ ਜਾਂ ਏਜੰਟ ਜਿਨ੍ਹਾਂ ਤੋਂ ਅਪਲਾਈ ਕਰ ਰਹੇ ਹੋ, ਉਹਨਾਂ ਦੇ ਕੋਲ ਉਸ ਪਰਟੀਕੂਲਰ ਕਾਲਜ ਯੂਨੀਵਰਸਿਟੀ ਦੀ ਡਾਇਰੈਕਟ ਰਿਪਰੈਜ਼ੈਂਟੇਸ਼ਨਸ਼ਿਪ ਹੋਣੀ ਚਾਹੀਦੀ ਹੈ। ਹੁਣ ਪਾਇਨੀਅਰ ਇਮੀਗ੍ਰੇਸ਼ਨ ਇਜ਼ ਵਨ ਆਫ ਆਰ ਡਾਇਰੈਕਟ ਪਾਰਟਨਰ ਫॉर ਸੂ ਕਾਲਜ। ਜੇ ਅਸੀਂ ਗੱਲ ਕਰੀਏ, ਇਹ ਨਾ ਸਿਰਫ ਸਾਡੇ ਮੇਨ ਕੈਂਪਸ ਬਲਕਿ ਟੋਰਾਂਟੋ, ਬਰੈਂਪਟਨ ਕੈਂਪਸ ਲਈ ਵੀ ਡਾਇਰੈਕਟ ਰਿਕਰੂਟਮੈਂਟ ਕਰਦੇ ਨੇ। ਈਵਨ ਦੇਅਰ ਸਕਸੈਸ ਰੇਟ ਇਜ਼ ਗੁੱਡ ਬਿਕੋਜ਼ ਟੋਰਾਂਟੋ, ਬਰੈਂਪਟਨ ਨਾਲ ਵੀ ਹੈਵ ਸੂ ਸੇਂਟ ਮੇਰੀ, ਐਂਡ ਸੂ ਸੇਂਟ ਮੇਰੀ ਇਜ਼ ਇਟ ਕਮਸ ਅੰਡਰ RNIP, which is one of the major regional area, and RNIP program ਦੇ ਅੰਦਰ we have very good success rate and the students are getting very good results। ਓਕੇ, ਵੈਰੀ ਨਾਈਸ। ਅੱਛਾ ਸਰ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਿ ਜਿਵੇਂ ਕਿਹਾ ਕਿ ਤੁਸੀਂ ਕਾਫੀ ਟਾਈਮ ਤੋਂ ਪਾਰਟਨਰ ਹੋ, ਸੋ ਕਿੰਨਾ ਕੁ ਟਾਈਮ ਹੋ ਗਿਆ ਸੂ ਕਾਲਜ ਦੇ ਨਾਲ, ਔਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਕਾਲਜ ਬਾਰੇ ਸਟੂਡੈਂਟਸ ਨੂੰ? ਬਿਲਕੁਲ, ਜਿਸ ਤਰ੍ਹਾਂ ਲਵਜੀਤ ਜੀ ਨੇ ਆਲਰੇਡੀ ਸਾਰੀ ਡਿਟੇਲ ਦੱਸੀ ਹੈ, ਸਾਨੂੰ ਤਕਰੀਬਨ 10-12 ਸਾਲ ਦੇ ਕਰੀਬ ਹੋ ਗਏ ਨੇ। ਔਰ ਪਾਇਨੀਅਰ ਇਮੀਗ੍ਰੇਸ਼ਨ ਜਿਹੜੀ ਹੈ 2003 ਤੋਂ ਬੜੇ ਸਾਰੇ ਆਫਿਸਿਸ ਪੰਜਾਬ ਦੇ ਵਿੱਚ, ਹੈੱਡ ਆਫਿਸ ਚੰਡੀਗੜ੍ਹ, ਬਾਕੀ ਆਫਿਸ ਜਿਹੜੇ ਨੇ ਮੋਹਾਲੀ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ, ਬਠਿੰਡਾ, ਬਰਨਾਲਾ,
2 ਆਫਿਸਿਸ ਕੈਨੇਡਾ ਦੇ ਵਿੱਚ, ਇੱਕ ਬਰੈਂਪਟਨ ਤੇ ਇੱਕ ਸੈਸਕਾਟੂਨ। ਉੱਥੇ ਜਾ ਕੇ ਤੁਸੀਂ, ਕਿਉਂਕਿ ਲਵਜੀਤ ਜੀ ਨਾਲ ਸਾਡੀ ਜਿਹੜੀ ਹੈ ਇੰਟਰੈਕਸ਼ਨ ਹੋ ਰਹੀ ਹੈ, ਕਾਫੀ ਸਾਰੀ ਇਨਫੋਰਮੇਸ਼ਨ ਆਪਾਂ ਨੂੰ ਮਿਲਦੀ ਪਈ ਹੈ, ਲੇਕਿਨ ਇੰਨੀ ਜ਼ਿਆਦਾ ਇਨਫੋਰਮੇਸ਼ਨ ਹੈ ਕਿਹੜੇ ਪ੍ਰੋਗਰਾਮਸ ਮਈ ਵਾਸਤੇ ਰੀਓਪਨ ਹੋਏ ਨੇ। ਐਕਚੁਅਲੀ ਕਲੋਜ਼ ਹੋ ਗਏ ਸੀਗੇ, ਸੀਟਾਂ ਖਤਮ ਹੋ ਗਈਆਂ ਸੀਗੀਆਂ, ਕੁਝ ਸੀਟਸ ਹੋਰ ਵਧਾ ਕੇ ਔਰ ਕਾਲਜ ਨੇ ਜਿਹੜੀਆਂ ਹੈ ਕੁਝ ਸੀਟਸ ਹੋਰ ਅਲਾਟ ਕੀਤੀਆਂ ਨੇ ਕਿ ਮਈ ਵਾਸਤੇ ਜਿਹੜੇ ਅਪਲਾਈ ਕਰਨਾ ਚਾਹੁੰਦੇ ਨੇ ਉਹ ਅਪਲਾਈ ਕਰ ਸਕਦੇ ਨੇ। ਸਤੰਬਰ ਇਨਟੇਕ ਹੁਣੇ ਰੀਸੈਂਟਲੀ 2 ਕੁ ਦਿਨ ਪਹਿਲਾਂ ਹੀ ਓਪਨ ਹੋਇਆ ਹੈਗਾ ਔਰ ਅਪਲਾਈ ਕਰ ਸਕਦੇ ਹੈਗੇ ਆ। ਅਗੇਨ ਕਿ ਕਿਹੜੇ ਪ੍ਰੋਗਰਾਮ ਦੀ ਕੀ ਰਿਕੁਆਇਰਮੈਂਟਸ ਹੈਗੀਆਂ ਤੁਹਾਡੇ ਵਾਸਤੇ, ਰੈਲੇਵੈਂਟ ਪ੍ਰੋਗਰਾਮ ਕਿਹੜਾ ਹੈਗਾ, ਕੈਰੀਅਰ ਓਰੀਐਂਟਡ ਪ੍ਰੋਗਰਾਮ ਕਿਹੜਾ ਹੈਗਾ ਜਿਸ ਦੇ ਵਿੱਚ ਵੀਜ਼ਾ ਸਕਸੈਸ ਰੇਟ ਹਾਈ ਹੋਵੇ, ਇਹ ਸਾਰੀ ਇਨਫੋਰਮੇਸ਼ਨ ਵਾਸਤੇ ਫਿਰ ਅਗੇਨ ਕਿ ਆਈਲੈਟਸ ਦੀ ਰਿਕੁਆਇਰਮੈਂਟ ਕਿੰਨੀ ਹੈਗੀ ਆ, ਉਹਨਾਂ ਦੇ ਮਾਰਕਸ ਦੀ ਰਿਕੁਆਇਰਮੈਂਟ ਕੀ ਹੈਗੀ ਹੈ, ਡਿਊਰੇਸ਼ਨ ਕਿੰਨੀ ਹੈਗੀ ਹੈ, ਫੀਸ ਕਿੰਨੀ ਹੈਗੀ ਹੈ, ਬੜਾ ਕੁਛ ਜਿਹੜਾ ਸਾਰੀ ਡਿਟੇਲ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਇਹ ਇੱਕ ਸ਼ੋਅ ਦੇ ਵਿੱਚ ਇੱਥੇ ਇੰਨੀ ਜ਼ਿਆਦਾ ਡਿਟੇਲ ਵਿੱਚ ਗੱਲ ਕਰਨਾ ਔਖਾ ਹੋ ਜਾਏਗਾ। ਜਿੰਨੀ ਕੁ ਹੋ ਸਕਦੀ ਹੈ ਕਰਾਂਗੇ, ਲੇਕਿਨ ਹੋਰ ਜ਼ਿਆਦਾ ਇਨਫੋਰਮੇਸ਼ਨ ਵਾਸਤੇ ਬਾਕੀ ਆਫਿਸਿਸ ਦੇ ਵਿੱਚ ਔਰ ਇਹਨਾਂ ਆਫਿਸਿਸ ਦੇ ਫੋਨ ਨੰਬਰ, ਐਡਰੈਸ ਜਿਹੜੇ ਸਾਡੀ ਵੈਬਸਾਈਟ pioneerimmigration.com, ਫੇਸਬੁੱਕ ਪੇਜ ਦੇ ਜਿਹੜਾ ਪੇਜ, ਇੰਸਟਾਗ੍ਰਾਮ ਪੇਜ, ਯੂਟਿਊਬ ਚੈਨਲ ਸਬਸਕ੍ਰਾਈਬ ਕਰਕੇ ਉੱਥੋਂ ਤੁਸੀਂ ਸਾਰੇ ਨੰਬਰ ਔਰ ਸਾਰੀ ਡਿਟੇਲਸ ਲੈ ਸਕਦੇ ਹੋ। ਉੱਥੇ ਜਾ ਕੇ ਪਰਸਨਲੀ ਵਿਜ਼ਿਟ ਕਰਕੇ ਆਪਣੀ ਸਾਰੀ ਪ੍ਰੋਫਾਈਲ ਡਿਸਕਸ ਕਰਕੇ ਅਪਲਾਈ ਸੂਨ, ਕਿਉਂਕਿ ਸੀਟਸ ਬੜੀਆਂ ਲਿਮਿਟਡ ਨੇ, ਛੇਤੀ ਫੁੱਲ ਹੋ ਜਾਣਗੀਆਂ। ਜ਼ਿਆਦਾਤਰ ਅੱਗੇ ਵੀ ਅਸੀਂ ਹਰ ਸੋਚ ਦੇ ਵਿੱਚ ਇੱਥੇ ਗੱਲਬਾਤ ਕਰਦੇ ਰਹਿੰਦੇ ਹਾਂ ਕਿ 85-90% ਤੱਕ ਸਤੰਬਰ ਇਨਟੇਕ ਦੇ ਕਾਲਜ ਦੀ ਸੀਟਸ ਆਲਰੇਡੀ ਫੁੱਲ ਹੋ ਚੁੱਕੀਆਂ ਨੇ। ਵੈਲਕਮ ਜੀ। ਬਿਲਕੁਲ ਜੀ, ਬਿਲਕੁਲ। ਸੋ ਸਟੂਡੈਂਟਸ ਨੂੰ ਮੈਂ ਵੀ ਇਹੀ ਕਹਿਣਾ ਚਾਹਾਂਗੀ, ਬਿਕਾਜ਼ ਤੁਸੀਂ ਵੀ ਸੁਣ ਰਹੇ ਹੋ ਕਿ ਮਈ ਇਨਟੇਕ ਆਲਮੋਸਟ ਕਲੋਜ਼ ਹੈ, ਸਤੰਬਰ ਕੁਛ ਇੱਕ ਸੀਟਸ ਹੈ, ਸੋ ਸਤੰਬਰ ਤੱਕ ਤੁਹਾਨੂੰ ਵੇਟ ਕਰਨਾ ਪਏਗਾ ਜਾਂ ਫਿਰ ਜੈਨ 2023 ਦੀਆਂ ਸੀਟਸ ਵੀ ਓਪਨ ਹੋਣੀਆਂ ਸ਼ੁਰੂ ਹੋ ਗਈਆਂ ਨੇ। ਸੋ ਇਸੇ ਕਰਕੇ ਅਸੀਂ ਕਾਲਜ, ਖਾਸ ਕਰਕੇ ਜੋ ਕੈਨੇਡਾ ਕਾਲਜ ਹੈ, ਸੂ ਕਾਲਜ ਹੈ, ਉੱਥੋਂ ਦੇ ਮੈਨੇਜਰ ਨੂੰ ਇੱਥੇ ਇਨਵਾਈਟ ਕੀਤਾ ਸ਼ੋਅ ਦੇ ਵਿੱਚ ਕਿ ਕਿਤੇ ਨਾ ਕਿਤੇ ਚਾਂਸਿਸ ਹੋਣ ਸਾਡੇ ਬੱਚਿਆਂ ਦੇ ਲਈ, ਜਿਵੇਂ ਇਹਨਾਂ ਨੇ ਦੱਸਿਆ ਕਿ ਦੁਬਾਰਾ ਤੋਂ ਇਹਨਾਂ ਨੇ ਮਈ ਇਨਟੇਕ ਦੇ ਲਈ ਸੀਟਸ ਜਿਹੜੀਆਂ ਹੈਗੀਆਂ ਨੇ ਉਹ ਓਪਨ ਕੀਤੀਆਂ ਨੇ। ਸੋ ਤੁਹਾਡੇ ਕੋਲ ਚਾਂਸ ਆ, ਜੇਕਰ ਤੁਸੀਂ ਮਈ ਇਨਟੇਕ ਦੇ ਵਿੱਚ ਜਾਣਾ ਚਾਹੁੰਦੇ ਹੋ ਸੂ ਕਾਲਜ ਦੇ ਵਿੱਚ, ਤੇ ਜਲਦ ਤੋਂ ਜਲਦ ਮੈਂ ਕਹਾਂਗੀ ਕਿ ਸਰ, ਕਿਉਂਕਿ ਡੈਡਲਾਈਨ ਬਹੁਤ ਕਲੋਜ਼ ਹੀ ਹੋਏਗੀ, ਫੈਬ ਹਾਫ ਹੋ ਗਿਆ। ਐਕਚੁਅਲੀ ਇਹ ਹੈਗਾ ਕਿ ਜਿਸ ਤਰ੍ਹਾਂ ਪਹਿਲਾਂ ਵੀ ਸੋਚ ਉੱਤੇ ਗੱਲਬਾਤ ਚੱਲਦੀ ਹੈਗੀ ਹੈ ਔਰ ਇੱਕ ਤਾਂ ਡੈਫਰਮੈਂਟਸ ਕਰਕੇ, ਇੱਕ ਬਾਕੀ ਕੰਟਰੀਜ਼ ਦੇ ਦਰਵਾਜ਼ੇ ਬੰਦ ਨੇ ਜਾਂ ਬਹੁਤ ਘੱਟ ਖੁੱਲ੍ਹੇ ਨੇ, ਔਰ ਕੈਨੇਡਾ ਨੇ ਆਪਣੀ ਪਾਲਿਸੀਜ਼ ਨੂੰ ਬੜਾ ਫਲੈਕਸੀਬਲ ਕਰਕੇ ਓਪਨ ਰੱਖਿਆ ਹਮੇਸ਼ਾ ਡਿਊਰਿੰਗ ਪੈਂਡੈਮਿਕ ਆਲਸੋ। ਤੇ ਇਹ ਰਸ ਇੰਨਾ ਜ਼ਿਆਦਾ ਹੈਗਾ ਕੈਨੇਡਾ ਵਾਸਤੇ ਕਿ ਸੀਟਸ ਬਹੁਤ ਜਲਦੀ ਫੁੱਲ ਹੋ ਰਹੀਆਂ ਨੇ। ਔਰ ਫਰਵਰੀ ਦੇ ਵਿੱਚ ਬੈਠ ਕੇ ਆਪਾਂ ਇਹ ਸੋਚੀਏ ਕਿ ਸਤੰਬਰ ਦੀ ਸੀਟਸ ਜਿਹੜੀਆਂ ਨੇ ਬਹੁਤ ਸਾਰੇ, ਸੈਨਿਕਾ ਕਾਲਜ ਲਾ ਲਈਏ, ਲੈਂਪਟਨ ਕਾਲਜ ਲਾ ਲਈਏ, ਹੋਰ ਜਿਹੜੇ ਵੀ ਓਪਨ ਹੋਏ ਨਾਲ ਦੀ ਨਾਲ ਕੁਝ ਦਿਨਾਂ ਦੇ ਵਿੱਚ ਹੀ ਫੁੱਲ ਹੋ ਜਾਂਦੇ ਨੇ। ਤੇ ਸੂ ਕਾਲਜ ਰੀਸੈਂਟਲੀ ਓਪਨ ਹੋਇਆ ਕੁਝ ਦਿਨ ਪਹਿਲਾਂ, ਜਲਦੀ ਹੀ 2-4-5 ਦਿਨ ਦੇ ਵਿੱਚ, ਇਸ ਤਰ੍ਹਾਂ ਕੁਝ ਦਿਨਾਂ ਦੇ ਵਿੱਚ ਹੀ ਜਲਦੀ ਸੀਟ ਸਾਰੀਆਂ ਫੁੱਲ ਹੋ ਜਾਣਗੀਆਂ। ਡੈਫੀਨੇਟਲੀ ਅਪਲਾਈ ਛੇਤੀ ਕਰਨਾ ਪਏਗਾ, ਨਹੀਂ ਤਾਂ ਫਿਰ ਜਨਵਰੀ 23 ਵਾਸਤੇ ਅਪਲਾਈ ਕਰਨਾ ਪਏਗਾ। ਬਿਲਕੁਲ ਬਿਲਕੁਲ। ਅੱਛਾ ਲਵਜੀਤ, ਜਿਵੇਂ ਕਿ ਤੁਸੀਂ ਦੱਸਿਆ ਸਟੂਡੈਂਟਸ ਦੇ ਲਈ ਕਿ ਇੱਕ ਮੋਡਿਊਲ 'ਚੋਂ 5.5 ਰਿਕੁਆਇਰਮੈਂਟ ਹੋਊਗੀ, ਅਦਰਵਾਈਜ਼ ਹੋਰ ਮੈਂ ਜੇਕਰ ਰਿਕੁਆਇਰਮੈਂਟਸ ਦੀ ਗੱਲ ਕਰਾਂ, ਕਿੱਦਾਂ ਦਾ ਸਟੂਡੈਂਟਸ ਨੂੰ ਤੁਸੀਂ ਇਨਵਾਈਟ ਕਰੋਗੇ? ਲਾਈਕ ਗੈਪ ਵਗੈਰਾ ਵਾਲਾ ਸਟੂਡੈਂਟ ਵੀ ਕਾਲਜ ਦੇ ਵਿੱਚ ਅਪਲਾਈ ਕਰ ਸਕਦਾ? Thank you, Preet. Thanks for asking this question, because ਬਹੁਤ ਸਾਰੇ ਸਟੂਡੈਂਟ ਹੁੰਦੇ who got misguided, ਮਿਸਗਾਈਡੇਸ਼ਨ ਦੇ ਕਰਕੇ ਉਹ ਪ੍ਰਾਈਵੇਟ ਕਾਲਜਿਸ ਚੂਜ਼ ਕਰਦੇ ਜਾਂ ਉਹ ਇੰਸਟੀਟਿਊਸ਼ਨ ਚੂਜ਼ ਕਰਦੇ ਜਿਨ੍ਹਾਂ ਦਾ ਉਹਨਾਂ ਪ੍ਰੋਫਾਈਲ। ਬਿਕੋਜ਼ ਰੀਸੈਂਟਲੀ ਮੈਂ ਇੱਕ ਸਟੂਡੈਂਟ ਨੂੰ ਮਿਲਿਆ, ਸਟੂਡੈਂਟ ਹੈਜ਼ ਡਨ ਮਾਸਟਰਸ, ਤੇ ਮਾਸਟਰ ਤੋਂ ਬਾਅਦ ਉਹਨੇ ਅੰਡਰਗ੍ਰੈਡ ਪ੍ਰੋਗਰਾਮ ਚੂਜ਼ ਕਰਕੇ ਰਿਫਿਊਜ਼ਲ ਲਈ। ਨਾ ਸਿਰਫ ਰਿਫਿਊਜ਼ਲ, ਉਹਨੂੰ ਕਾਫੀ ਸਾਰਾ ਫਾਈਨੈਂਸ਼ੀਅਲ ਵੀ ਲੋਸ ਬੇਅਰ ਕਰਨਾ ਪਿਆ। ਕੋਈ ਵੀ ਸਟੂਡੈਂਟ ਜਦੋਂ ਤੁਸੀਂ ਪਾਰਟੀਕੂਲਰ ਇੱਕ ਇੰਸਟੀਟਿਊਸ਼ਨ ਲਈ ਅਪਲਾਈ ਕਰਦੇ ਹੋ, ਹਰ ਇੱਕ ਕੋਰਸ ਦੀ, ਹਰ ਇੱਕ ਕਾਲਜ ਦੀ ਇੱਕ ਆਪਣੀ ਰਿਕੁਆਇਰਮੈਂਟ ਹੁੰਦੀ ਹੈ। ਮੈਂ ਬਾਰ-ਬਾਰ ਇਸ ਕਰਕੇ ਕਹਿ ਰਿਹਾ ਕਿ ਯੂ ਸ਼ੁੱਡ ਅਪਲਾਈ ਫॉर ਅ ਪਬਲਿਕ ਇੰਸਟੀਟਿਊਸ਼ਨ, ਯੂ ਸ਼ੁੱਡ ਚੂਜ਼ ਅ ਰਿਸਪੈਕਟਡ ਪਾਰਟਨਰ ਜਾਂ ਰਿਸਪੈਕਟਡ ਏਜੰਟ ਜਿਹੜੇ ਕਾਲਜ ਲਈ ਡਾਇਰੈਕਟ ਹੋਣਗੇ, ਸੋ ਐਟਲੀਸਟ ਦੇ ਕੈਨ ਗਾਈਡ ਯੂ ਇਨ ਦ ਰਾਈਟ ਵੇ। ਪੈਰਲਲੀ ਜੇ ਅਸੀਂ ਕਾਲਜ ਦੀ ਰਿਕੁਆਇਰਮੈਂਟ ਦੀ ਗੱਲ ਕਰੀਏ, ਦ ਮਿਨੀਮਮ ਰਿਕੁਆਇਰਮੈਂਟ ਇਜ਼, ਬਿਕੋਜ਼ ਹਰ ਇੱਕ ਪ੍ਰੋਗਰਾਮ ਦੀ ਰਿਕੁਆਇਰਮੈਂਟ ਚੇਂਜ ਹੁੰਦੀ ਹੈ। ਸਾਡੇ ਕੋਲ ਇੱਕ ਪ੍ਰੋਗਰਾਮ ਹੈ ਜਿਹੜਾ ਕਿ ਸਪੈਸ਼ਲੀ ਫॉर ਦ ਨਰਸਿੰਗ ਸਟੂਡੈਂਟ, enhanced practice nursing for international educated like students ਲਈ ਹੈਗੀ ਹੈ, ਜਿਹੜੇ ਸਿਰਫ BSc ਨਰਸਿੰਗ ਕਰ ਸਕਦੇ ਆ। ਰਿਕੁਆਇਰਮੈਂਟ 6.56 each ਹੈ, ਮਿਨੀਮਮ 1 ਈਅਰ ਦਾ, ਮਤਲਬ ਹਰ ਇੱਕ ਪ੍ਰੋਗਰਾਮ ਦੀ ਰਿਕੁਆਇਰਮੈਂਟ ਆ। 5.5 in one module it consider under non SDS, ਬਟ ਜੇ ਅਸੀਂ PTE ਦੀ ਗੱਲ ਕਰੀਏ, ਟੋਇਫਲ ਗੱਲ ਕਰੀਏ, ਡਿਊਲਿੰਗਲ ਕਰੀਏ, ਉਹ ਵੀ ਨੋਨ SDS ਦੇ ਅੰਦਰ ਹੀ ਕੰਸੀਡਰ ਹੁੰਦੇ ਨੇ। ਸੋ IELTS is just a language part ਜਿਹਦੇ ਵਿੱਚ ਤੁਹਾਡੀ ਰਿਕੁਆਇਰਮੈਂਟ ਹੈ, ਬਟ academic percentage is also very important। ਜੇ ਅਸੀਂ ਸੂ ਕਾਲਜ ਦੀ ਰਿਕੁਆਇਰਮੈਂਟ ਕਰੀਏ, we need minimum 50% overall
ਸਮ ਪ੍ਰੋਗਰਾਮ ਲਾਈਕ ਹੁਣ ਬਿਜ਼ਨਸ ਦੇ ਚ ਅਕਾਊਂਟ ਇਕਨੋਮਿਕ ਬਿਜ਼ਨਸ ਸਟੱਡੀਜ਼ ਦੇਖਣੇ ਆ, ਇੰਜੀਨੀਅਰਿੰਗ ਚ ਅਸੀਂ ਮੈਥਮੈਟਿਕਸ ਦੇਖਣਾ ਆ, ਕੋਈ ਬੱਚਾ ਬਾਇਓਲੋਜੀ ਬੇਸਡ ਫੋਕਸ ਪ੍ਰੋਗਰਾਮ ਚ ਅਪਲਾਈ ਕਰ ਰਿਹਾ ਉਹਦੇ ਚ ਅਸੀਂ ਬਾਇਓਲੋਜੀ ਦੇ ਪਰਸੈਂਟੇਜ ਦੇਖਣੇ। ਹਰ ਇੱਕ ਕੋਰਸ ਦੀ ਰਿਕੁਆਇਰਮੈਂਟ ਅਲੱਗ ਹੈ। ਦੈਟ ਇਜ਼ ਦ ਰੀਜ਼ਨ ਮੈਂ ਰਵੀ ਸਰ ਨਾਲ ਇੱਕ ਐਗਰੀ ਕਰਾਂਗਾ ਕਿ ਜਦੋਂ ਵੀ ਤੁਸੀਂ ਅਪਲਾਈ ਕਰਨਾ ਕੋਸ਼ਿਸ਼ ਕਰੋ ਤੁਸੀਂ ਡਾਇਰੈਕਟ ਵਿਜ਼ਿਟ ਕਰੋ ਰਿਸਪੈਕਟਡ ਬ੍ਰਾਂਚਿਸ ਦੇ ਵਿੱਚ, ਕੰਸਰਨ ਪਰਸਨ ਨਾਲ ਗੱਲ ਕਰੋ ਜਿਹੜੇ ਕਿ ਡਾਇਰੈਕਟ ਕਾਲਜ ਯੂਨੀਵਰਸਿਟੀਜ਼ ਨੂੰ ਰਿਪਰੈਜ਼ੈਂਟ ਕਰ ਰਹੇ। ਬਹੁਤ ਸਾਰੇ ਸਟੂਡੈਂਟ ਮਿਸਗਾਈਡ ਹੁੰਦੇ ਨੇ, ਤੁਸੀਂ ਸਟਾਰਟਿੰਗ ਤੇ ਕਿਹਾ ਕਿ ਕਾਲਜਸ ਨੋਟ ਐਕਸੈਪਟਿੰਗ ਜਾਂ ਕਾਲਜਸ ਦੀ ਸੀਟਾਂ, ਜਿਸ ਪਰਸਨ ਕੋਲ ਸੀਟ ਜਾਂ ਕਾਲਜ ਡਾਇਰੈਕਟ ਰਿਪਰੈਜ਼ੈਂਟ ਨਹੀਂ ਕਰ ਰਿਹਾ ਹੋਏਗਾ ਉਹ ਅਕਸਰ ਨੈਗੇਟਿਵ ਸਪਰੈਡ ਹੀ ਕਰੇਗਾ ਜਾਂ ਪ੍ਰਾਈਵੇਟ ਚ ਅਪਲਾਈ ਕਰੇਗਾ। ਕੋਸ਼ਿਸ਼ ਕਰੋ ਤੁਸੀਂ ਗੂਗਲ ਤੇ ਸਰਚ ਕਰੋ SAULT college.ca ਇਜ਼ ਅ ਆਫੀਸ਼ੀਅਲ ਵੈਬਸਾਈਟ, ਤੁਸੀਂ ਉੱਤੇ ਜਾ ਕੇ ਡਿਟੇਲ ਚੈੱਕ ਕਰ ਸਕਦੇ ਹੋ, ਪ੍ਰੋਗਰਾਮ ਦੀ ਰਿਕੁਆਇਰਮੈਂਟ ਚੈੱਕ ਕਰ ਸਕਦੇ ਹੋ, ਉਸ ਤੋਂ ਇਲਾਵਾ ਫੀਸ ਸਟਰਕਚਰ, ਉਸ ਤੋਂ ਇਲਾਵਾ ਜੋ ਵੀ ਰਿਕੁਆਇਰਮੈਂਟ ਹੈ। ਐਂਡ ਆਈ ਬਲੀਵ ਜਦੋਂ ਵੀ ਤੁਸੀਂ ਰਿਸਪੈਕਟਡ ਜਿਹੜੇ ਇਨ ਦਾ ਪਾਰਟਨਰ ਲਾਈਕ ਪਾਇਨੀਅਰ ਤੁਸੀਂ ਉੱਥੇ ਵਿਜ਼ਿਟ ਕਰਦੇ ਹੋ ਉਹ ਵੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਵੈਬਸਾਈਟ ਤੇ ਚੈੱਕ ਕਰਾਉਣਗੇ। ਬੀਇੰਗ ਐਜ਼ ਐਨ ਪਬਲਿਕ ਇੰਸਟੀਟਿਊਸ਼ਨ ਅਜੇ ਵੀ ਮੈਂ ਜੇ ਗੱਲ ਕਰਾਂ ਟੋਰਾਂਟੋ, ਬਰੈਂਪਟਨ ਐਂਡ ਸੂ ਸੇਂਟ ਮੈਰੀ, ਸੋ ਹਰ ਇੱਕ ਇੰਸਟੀਟਿਊਸ਼ਨ ਹਰ ਇੱਕ ਕੈਂਪਸ ਦੀ ਇੱਕ ਆਪਣੀ USP ਹੁੰਦੀ, ਆਪਣੀ ਕੁਝ ਕੁਆਲਿਟੀਜ਼ ਹੁੰਦੀਆਂ ਨੇ, ਤੁਸੀਂ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਨੂੰ ਫਾਈਂਡ ਆਊਟ ਕਰਕੇ। ਦ ਬੈਸਟ ਪਾਰਟ ਸੂ ਇਜ਼ ਵਨ ਆਫ ਦਾ ਟੌਪ ਪਬਲਿਕ ਇੰਸਟੀਟਿਊਸ਼ਨ ਇਨ ਓਨਟਾਰੀਓ ਦੇ ਵਿੱਚ ਟੋਰਾਂਟੋ ਡਾਊਨਟਾਊਨ ਦੇ ਵਿੱਚ ਸਾਡਾ ਕੈਂਪਸ ਡਰਾਸ ਸਟਰੀਟ ਤੇ ਆ। ਬਰੈਂਪਟਨ ਕੈਂਪਸ ਜਿਹੜਾ ਹੈਗਾ ਦੈਟ ਇਜ਼ ਔਨ ਕੁਈਨ ਸਟਰੀਟ ਐਂਡ ਬੋਥ ਕੈਂਪਸਿਸ ਆਰ ਹੈਵਿੰਗ ਗੁੱਡ ਨੰਬਰ ਆਫ ਪ੍ਰੋਗਰਾਮ। ਇਨ ਬਰੈਂਪਟਨ ਵੀ ਹੈਵ ਔਰ ਟੋਰਾਂਟੋ ਵੀ ਹੈਵ 2 ਪ੍ਰੋਗਰਾਮ ਜਿੰਦਾ ਕਿ ਹੈਲਥ ਕੇਅਰ ਲੀਡਰਸ਼ਿਪ ਕੈਨੇਡੀਅਨ ਕੰਟੈਕਸਟ ਹੋ ਗਿਆ ਦੈਟ ਇਜ਼ ਸਪੈਸ਼ਲੀ ਫॉर ਮੈਡੀਕਲ ਗ੍ਰੈਜੂਏਟ, ਜੇ ਸਾਈਬਰ ਸਿਕਿਉਰਿਟੀ ਕੈਨੇਡੀਅਨ ਕੰਟੈਕਸਟ ਹੋ ਗਿਆ, ਬੋਥ ਆਰ 2 year PG ਪ੍ਰੋਗਰਾਮ। ਐਂਡ ਉਨ ਦੋਨਾਂ ਪ੍ਰੋਗਰਾਮ ਦੇ ਵਿੱਚ ਇੱਕ ਇੰਪੋਰਟੈਂਟ ਚੀਜ਼ ਕੀ ਹੈ ਕਿ ਦੀ ਬੋਥ ਪ੍ਰੋਗਰਾਮਸ ਆਰ ਫॉर 2 years PG। 2 year it means they are for 4 semester। 4 semester ਚ ਬੱਚੇ 3 semester ਸਟੱਡੀ ਕਰਨਗੇ, 4 semester is complete internship। along with that ਬਹੁਤ ਸਾਰੇ ਪ੍ਰੋਗਰਾਮ ਆ ਜਿਹੜੇ ਵਿਦ ਕੋਪ ਆ, ਬਟ I would always recommend you should visit and you should apply before it will get closed because ਇਸ moment in the sir ਨੇ ਕਿਹਾ we have very limited seats, we can't accept application like bulk ਦੇ ਵਿੱਚ we have ਹਰ ਇੱਕ ਪ੍ਰੋਗਰਾਮ ਦੀ ਰਿਕੁਆਇਰਮੈਂਟ ਬਹੁਤ ਲਿਮਿਟਡ ਆ। ਹੋਪਫੁਲੀ I'm not really sure ਕਦੋਂ close ਹੋ ਜਾਣਗੇ but by the time program because ਹਰ ਇੱਕ ਪ੍ਰੋਗਰਾਮ ਦੀ ਸੀਟ ਲਿਮਿਟਡ। ਔਰ ਇਹ ਤਿੰਨੋਂ ਕੈਂਪਸ ਦੇ ਵਿੱਚ ਅਵੇਲੇਬਲ ਹੈ? Health care leadership Canadian context and cyber security Canadian context only available in Toronto and Brampton। But in main campus you will find more than 50 program either the undergrad see in generic ਮੈਂ ਇਹੀ ਕਹਾਂਗਾ ਚਾਹੇ ਸਟੂਡੈਂਟ ਆਰਟਸ ਬੈਕਗ੍ਰਾਉਂਡ ਤੋਂ ਹੈ, ਚਾਹੇ ਕਾਮਰਸ ਤੋਂ, ਚਾਹੇ ਮੈਡੀਕਲ ਜਿਹਨਾਂ ਲਾਈਕ ਬਾਇਓਲੋਜੀ ਕੀਤਾ ਹੋਇਆ, ਚਾਹੇ ਨੋਨ ਮੈਡੀਕਲ ਵਿਦ ਮੈਥਮੈਟਿਕਸ ਨੇ, ਹਰ ਇੱਕ ਸਟੂਡੈਂਟ ਲਈ ਪ੍ਰੋਗਰਾਮਸ ਅਵੇਲੇਬਲ ਨੇ। ਦ ਰਿਕੁਆਇਰਮੈਂਟ ਮਿਨੀਮਮ ਰਿਕੁਆਇਰਮੈਂਟ ਇਜ਼ overall 50 rest even though there are very few colleges in Canada which are offering BSc nursing। so we do have BSc nursing, we have BE mechatronics, so these are such kind of program ਜਿਹੜੇ ਕਿ ਬਹੁਤ ਹੀ ਹਾਈ ਡਿਮਾਂਡਿੰਗ ਹੈ। ਬਿਲਕੁਲ ਬਿਲਕੁਲ। ਸੋ ਸਟੂਡੈਂਟਸ ਇਹ ਕਵਾਂਗੇ ਬਿਕਾਜ਼ ਮੌਕਾ ਮਿਲਿਆ, ਬਿਕਾਜ਼ ਅਸੀਂ ਸਾਰੇ ਕਹਿ ਰਹੇ ਸੀਗੇ ਕਿ ਮੇਨ ਇਨਟੇਕ ਨਹੀਂ ਮਿਲੇਗਾ, ਪਰ ਕੁਝ ਕਾਲਜਸ ਨੇ ਸੀਟਸ ਓਪਨ ਕਰ ਦਿੱਤੀਆਂ ਨੇ, ਜਿਵੇਂ ਸੂ ਕਾਲਜ ਦੀ ਅਸੀਂ ਗੱਲ ਕਰ ਰਹੇ ਹਾਂ। ਸੋ ਪਰ ਲਿਮਿਟਿਡ ਟਾਈਮ ਹੈ, ਮਈ ਦੇ ਵਿੱਚ ਜਾਣਾ, ਟਾਈਮ ਤੁਹਾਡੇ ਕੋਲ ਬਚਿਆ ਨਹੀਂ। ਸਰ ਨੇ ਪਹਿਲਾਂ ਵੀ ਸ਼ੋਜ਼ ਦੇ ਵਿੱਚ ਦੱਸਿਆ ਕਿ 3 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਮਿਨੀਮਮ ਹੈ ਹੀ ਹੈ। ਸੋ ਫੈਬ ਹਾਫ ਖਤਮ ਹੋ ਗਿਆ, ਸੋ ਜਲਦ ਤੋਂ ਜਲਦ ਤੁਹਾਨੂੰ ਅਪਲਾਈ ਕਰਨਾ ਪਏਗਾ। ਪਾਇਨੀਅਰ ਇਮੀਗ੍ਰੇਸ਼ਨ ਦੇ ਨੰਬਰ ਆ ਗਏ ਨੇ ਤੁਹਾਡੇ ਕੋਲ, ਆਫਿਸ ਕਿੱਥੇ ਕਿੱਥੇ ਆ ਉਹ ਵੀ ਫਲੈਸ਼ ਹੋ ਰਿਹਾ, ਧਿਆਨ ਦੇ ਨਾਲ। ਅੱਛਾ ਸਰ, ਤੁਹਾਡੇ ਕੋਲੋਂ ਮੈਂ ਜਾਣਨਾ ਚਾਹਾਂਗੀ, ਜਿਵੇਂ ਇਹਨਾਂ ਨੇ ਕਿਹਾ ਕਿ ਆਥੋਰਾਈਜ਼ ਜਿਹੜੇ ਹੈਗੇ ਨੇ ਕੰਸਲਟੈਂਟਸ ਹੈ ਨਾ, ਉਹਨਾਂ ਨੂੰ ਜ਼ਿਆਦਾ ਪਹਿਲ ਦਿੱਤੀ ਜਾਂਦੀ ਹੈ। ਸੋ ਮੈਂ ਵੀ ਇਹ ਜਾਣਨਾ ਚਾਹਾਂਗੀ ਬਿਕਾਜ਼ ਜਦੋਂ ਅਸੀਂ ਸਟੂਡੈਂਟਸ ਦੀ ਗੱਲ ਕਰਦੇ ਹਾਂ, ਸਟੂਡੈਂਟਸ ਨੂੰ ਆਇਲਟਸ ਕਰਨੀ ਹੈ ਜੀ, ਸਟੂਡੈਂਟ ਦੇ ਵਧੀਆ ਬੈਂਡ ਹੋਣੇ ਚਾਹੀਦੇ ਨੇ, ਅੱਛੀ ਪਰਸੈਂਟੇਜ ਹੋਣੀ ਚਾਹੀਦੀ, ਸੋ ਬਹੁਤ ਚੀਜ਼ਾਂ ਨੇ, ਉਹ ਕ੍ਰਾਈਟੀਰੀਆ ਨੂੰ ਮੈਚ ਕਰਨਾ ਪੈਂਦਾ ਹੈ। ਪਰ ਅੱਜ ਦੇ ਟਾਈਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਰ ਜਗ੍ਹਾ ਤੇ ਬੋਰਡਸ ਲੱਗੇ ਹੋਏ ਨੇ ਇਮੀਗ੍ਰੇਸ਼ਨਸ ਕੰਪਨੀ ਦੇ। ਸੋ ਕੀ ਕੁਛ ਕ੍ਰਾਈਟੀਰੀਆ ਹੈ ਜੋ ਜਿਹੜੇ ਆਥੋਰਾਈਜ਼ ਹੋਣ ਦੇ ਲਈ ਜਾਂ ਫਿਰ ਉੱਥੋਂ ਦੀਆਂ ਯੂਨੀਵਰਸਿਟੀ ਕਾਲਜਸ ਹੈਗੇ ਨੇ ਇੱਥੋਂ ਦੇ ਕੁਛ ਕੰਸਲਟੈਂਟ ਨੂੰ ਚੂਜ਼ ਕਰਦੇ ਨੇ, ਕੁਛ ਨਾ ਕੁਛ ਉਹਨਾਂ ਲਈ ਵੀ ਕ੍ਰਾਈਟੀਰੀਆ ਮੈਚ ਕਰਨਾ ਪਏਗਾ ਕਿ ਹਰ ਕੋਈ ਖੋਲ ਸਕਦਾ ਹੈ ਕੰਪਨੀ? ਬਿਲਕੁਲ, ਦੇਖੋ ਪ੍ਰੀਤ ਜੀ, ਹਰ ਇੱਕ ਚੀਜ਼ ਦੇ ਅਲੱਗ-ਅਲੱਗ ਰੂਲਸ ਰੈਗੂਲੇਸ਼ਨਸ ਪਾਲਿਸੀਜ਼ ਹੈਗੀਆਂ ਨੇ। ਪੰਜਾਬ ਦੇ ਵਿੱਚ ਇਮੀਗ੍ਰੇਸ਼ਨ ਕੰਸਲਟੈਂਟ ਦੀ ਜਿਹੜੀ ਹੈਗੀ ਹੈ ਕੰਮ ਕਰਨ ਵਾਸਤੇ, ਬਿਜ਼ਨਸ ਵਾਸਤੇ ਪੰਜਾਬ ਗੌਰਮੈਂਟ ਤੋਂ ਇੱਕ ਲਾਇਸੈਂਸ ਲੈਣਾ ਹੁੰਦਾ, ਉਹ ਵੱਖਰੀ ਚੀਜ਼ ਹੈਗੀ ਹੈ। ਲੇਕਿਨ ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ ਦੇ ਵਿੱਚ ਕੈਨੇਡਾ ਗੌਰਮੈਂਟ ਵੱਲੋਂ ਔਰ ਕੈਨੇਡਾ ਅੰਬੈਸੀ ਵੱਲੋਂ ਮਨਜ਼ੂਰਸ਼ੁਦਾ ਕੰਸਲਟੈਂਟ ਜਿਹੜੇ ਕਿ ਕੈਨੇਡਾ ਦਾ ਵੀਜ਼ਾ ਲਗਵਾਉਣ ਵਾਸਤੇ ਫਾਈਲਸ ਸਬਮਿਟ ਕਰ ਸਕਦੇ ਨੇ, ਉਹਨਾਂ ਨੂੰ ਆਪਣੇ ਕਲਾਇੰਟਸ ਨੂੰ ਰਿਪਰੈਜ਼ੈਂਟ ਕਰ ਸਕਦੇ ਨੇ ਲੀਗਲੀ ਔਰ ਰਿਕਗਨਾਈਜ਼ਡ ਹੈਗੇ ਨੇ। ਉਹ ਜਿਹੜੇ ਕੈਨੇਡੀਅਨ ਗੌਰਮੈਂਟ ਦੀ ਡੈਜ਼ਿਗਨੇਟਿਡ ਬਾਡੀ ਹੈਗੀ ਹੈ CICC, ਪਹਿਲਾਂ ਇਸ ਦਾ ਨਾਮ ICCRC ਹੁੰਦਾ ਸੀ। 23 ਨਵੰਬਰ 2021 ਨੂੰ ਇਸ ਦਾ ਨਾਮ ਬਦਲ ਕੇ ਹੋਰ ਵੀ ਕੁਝ ਐਡ ਕੀਤਾ ਗਿਆ, ਕਈ ਕੁਝ ਪਾਲਿਸੀਜ਼ ਚੇਂਜ ਹੋਈਆਂ, ਲੇਕਿਨ ਨਾਮ ਜਿਹੜਾ ਹੈ ICCRC ਤੋਂ ਚੇਂਜ ਹੋ ਕੇ
CICC ਔਰ ਰੀਸੈਂਟਲੀ ਕੈਨੇਡੀਅਨ ਅੰਬੈਸੀ ਦਾ ਟਵੀਟ ਵੀ ਆਇਆ ਸੀਗਾ ਟਵਿੱਟਰ ਤੇ ਕਿ ਐਡਮਿਸ਼ਨਸ ਕਾਲਜਿਸ ਦੇ ਵਿੱਚ ਉਹਨਾਂ ਦੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੋਰ ਵੀ ਹੋ ਸਕਦੇ ਨੇ ਔਰ ਉਹਨਾਂ ਕੋਲੋਂ ਕਰਵਾ ਸਕਦੇ ਹੋ, ਲੇਕਿਨ ਖਾਸ ਤੌਰ ਤੇ ਅੰਬੈਸੀ ਦੇ ਵਿੱਚ ਫਾਈਲ ਲਾਉਣ ਵਾਸਤੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਜਿਨ੍ਹਾਂ ਦਾ ਨਾਮ ਕੈਨੇਡੀਅਨ ਅੰਬੈਸੀ ਦੀ ਵੈਬਸਾਈਟ ਤੇ ਦੇਖ ਸਕਦੇ ਹੈਗੇ ਆ। ਕੈਨੇਡੀਅਨ ਅੰਬੈਸੀ ਦੀ ਵੈਬਸਾਈਟ cic.gc.ca ਜਾਂ canada.ca, ਉੱਥੇ ਇੱਕ ਸਰਚ ਬਾਕਸ ਉਹਦੇ 'ਚ ਲਿਖਣਾ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਤੇ CICC ਮੈਂਬਰਸ ਦੀ ਲਿਸਟ ਉੱਥੇ ਆਪਾਂ ਕਲਿੱਕ ਕਰਕੇ ਦੇਖ ਸਕਦੇ ਹਾਂ ਔਰ CICC ਦੀ ਵੈਬਸਾਈਟ ਤੇ ਜਾਵਾਂਗੇ, ਉਹਦੇ ਵਿੱਚ ਸਾਰੇ ਜਿਹੜੇ ਆਥੋਰਾਈਜ਼ਡ ਕੰਸਲਟੈਂਟਸ ਦੀ ਲਿਸਟ ਉਹਨਾਂ ਨੂੰ ਚੁਣਨਾ ਚਾਹੀਦਾ ਹੈਗਾ। ਔਰ ਡੈਫੀਨੇਟਲੀ ਕੈਨੇਡਾ ਅੰਬੈਸੀ ਵੱਲੋਂ ਔਰ CICC ਜਿਹੜੀ ਸਾਨੂੰ ਰੈਗੂਲੇਟ ਕਰਦੀ ਹੈਗੀ ਹੈ, CICC ਮੀਨਸ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ। ਸੋ ਉਹ ਜਿਹੜੇ ਹੈਗੇ ਨੇ ਲੀਗਲੀ ਆਥੋਰਾਈਜ਼ਡ, ਉਹਨਾਂ ਨੂੰ ਚੂਜ਼ ਕਰਕੇ ਆਪਾਂ ਉਹ ਲਿਸਟ ਜਿਹੜੀ ਹੈਗੀ ਹੈ ਦੇਖ ਕੇ ਉਹਨਾਂ ਕੋਲੋਂ ਅਪਲਾਈ ਕਰਨਾ ਚਾਹੀਦਾ ਜੀ। ਬਿਲਕੁਲ ਬਿਲਕੁਲ, ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕਿਹੜਾ ਕੰਸਲਟੈਂਟ ਤੁਸੀਂ ਚੂਜ਼ ਕਰਦੇ ਹੋ ਫਿਊਚਰ ਦਾ ਸਵਾਲ ਹੈ ਤੁਹਾਡੇ। ਸੋ ਇਸੇ ਕਰਕੇ ਸਰ ਡਾਇਰੈਕਟ ਟਾਈ-ਅਪਸ ਕਿੰਨੇ ਕੁ ਜ਼ਰੂਰੀ ਹੈਗੇ ਨੇ ਕੰਸਲਟੈਂਟਸ ਦੇ? ਬਿਲਕੁਲ, ਦੇਖੋ ਡਾਇਰੈਕਟ ਟਾਈ-ਅਪ ਜਿਸ ਤਰ੍ਹਾਂ ਲਵਜੀਤ ਜੀ ਨੇ ਦੱਸਿਆ ਕਿ ਡਾਇਰੈਕਟ ਟਾਈ-ਅਪ ਮੀਨਸ ਕਿ ਕਾਲਜਿਸ ਇੰਸਟੀਟਿਊਸ਼ਨਸ ਜਿਹੜੇ ਕੈਨੇਡੀਅਨ ਨੇ ਬੜੇ ਪ੍ਰੈਸ਼ੀਅਸ ਉਹਨਾਂ ਦੀ ਜਿਹੜੀ ਹੈਗੀ ਹੈ ਉਹਨਾਂ ਦੀ ਬੜੇ ਸਟੇਟਸ ਹੈਗਾ ਔਰ ਉਹ ਬੜੇ ਚੁਣਿੰਦਾ ਜਿਹਨੂੰ ਕਹਿੰਦੇ ਆ ਚੋਜ਼ਨ ਕੰਸਲਟੈਂਟਸ ਜਿਹੜੇ ਕਿ ਰਿਪਿਊਟਡ ਹੋਣ, ਓਨੈਸਟ ਔਰ ਬੜਾ ਕੁਛ ਉਹਨਾਂ ਦਾ ਬੈਕਗਰਾਊਂਡ ਚੈੱਕ ਕਰਕੇ ਉਹਨਾਂ ਨੂੰ ਆਪਣਾ ਰਿਪਰੈਜ਼ੈਂਟੇਟਿਵ ਆਥੋਰਾਈਜ਼ਡ ਬਣਾਉਂਦੇ ਨੇ ਔਰ ਬਕਾਇਦਾ ਉਹਨਾਂ ਦੇ ਵਿੱਚ ਐਗਰੀਮੈਂਟ ਹੁੰਦਾ ਹੈ, ਆਥੋਰਾਈਜੇਸ਼ਨ ਸਰਟੀਫਿਕੇਟ ਦਿੰਦੇ ਨੇ ਜਿਹੜਾ ਕਿ ਅਸੀਂ ਆਫਿਸਿਸ ਵਿੱਚ ਡਿਸਪਲੇ ਵੀ ਕਰਦੇ ਹੈਗੇ ਆ। ਸੋ ਇਹ ਉਹਨਾਂ ਨੂੰ ਹੀ ਕਾਲਜਿਸ ਸਾਰੀ ਜਿਹੜੀ ਗੱਲਬਾਤ ਔਰ ਜਿਹੜੇ ਲੇਟੈਸਟ ਅਪਡੇਟਸ, ਕਿਹੜਾ ਪ੍ਰੋਗਰਾਮ ਕਲੋਜ਼ ਹੋ ਗਿਆ, ਕਿਹੜਾ ਓਪਨ ਹੈਗਾ, ਕਿੰਨੀਆਂ ਸੀਟਾਂ ਹੈਗੀਆਂ ਨੇ, ਕਦੋਂ ਓਪਨ ਹੋਏਗਾ, ਕਿਹੜੇ ਕਿਹੜੇ ਪ੍ਰੋਗਰਾਮ ਦੀ ਕੀ ਰਿਕੁਆਇਰਮੈਂਟਸ ਹੈਗੀ ਹੈ, ਕੀ ਫੀਸ ਵਗੈਰਾ ਵਗੈਰਾ ਸਾਰਾ ਕੁਛ ਟੋਟਲ ਡਿਟੇਲਸ। ਔਰ ਈਵਨ ਕਿ ਵੈਬਸਾਈਟ 'ਤੇ ਕਈ ਵਾਰੀ ਨਹੀਂ ਅਪਡੇਟ ਹੋਇਆ ਹੁੰਦਾ, ਲੇਟੈਸਟ ਅਪਡੇਟਸ ਜਿਹੜੇ ਨੇ ਸਾਡੇ ਕੋਲ ਭੇਜਦੇ ਨੇ ਕਾਲਜਿਸ ਔਰ ਉਹਨਾਂ ਲੇਟੈਸਟ ਅਪਡੇਟਸ ਦੇ ਮੁਤਾਬਕ ਹੀ ਅਸੀਂ ਤੁਹਾਨੂੰ ਆਫਿਸਿਸ ਦੇ ਵਿੱਚ ਸਾਡੇ ਜਿਹੜੇ ਕਾਉਂਸਲਰਸ, ਮੈਨੇਜਰਸ ਔਰ ਮੈਂ ਖੁਦ ਮਿਲ ਕੇ ਸਟੂਡੈਂਟਸ ਨੂੰ ਉਹਨਾਂ ਅਪਡੇਟਸ ਦੇ ਮੁਤਾਬਕ ਤੁਹਾਨੂੰ ਸਾਰੀ ਗਾਈਡੈਂਸ ਦਿੰਦੇ ਹੈਗੇ ਆ। ਸੋ ਇਹ ਇਟ ਮੇਕਸ ਅ ਬਿਗ ਡਿਫਰੈਂਸ। ਜਦੋਂ ਅਸੀਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈਗੇ ਆ ਤਦ ਹੀ ਅਸੀਂ ਲੇਟੈਸਟ ਅਪਡੇਟਸ ਨੂੰ ਫਟਾਫਟ ਅਸੀਂ ਅਪਡੇਟ ਸਟੂਡੈਂਟਸ ਨੂੰ ਕਰ ਸਕਾਂਗੇ। ਥੋੜ੍ਹੀ ਜਿਹੀ ਲੇਟ ਹੋਏ ਉਦੋਂ ਤੱਕ ਪ੍ਰੋਗਰਾਮਸ ਫੁੱਲ ਹੋ ਜਾਂਦੇ ਨੇ, ਸੋ ਦੈਟ ਮੇਕਸ ਅ ਬਿਗ ਡਿਫਰੈਂਸ। ਜੀ ਬਿਲਕੁਲ। ਅੱਛਾ ਲਵਜੀਤ, ਸੋ ਕਾਲਜ ਦੀ ਜੇਕਰ ਮੈਂ ਗੱਲ ਕਰਾਂ, ਫਰੈਸ਼ ਪਾਸ ਆਊਟ ਬੱਚਾ ਉਹੀ ਅਪਲਾਈ ਕਰ ਸਕਦਾ ਜਾਂ ਗੈਪ ਵਾਲੇ ਸਟੂਡੈਂਟਸ ਨੂੰ ਵੀ ਤੁਸੀਂ ਇਨਵਾਈਟ ਕਰਦੇ? See, it's totally depend upon how you are justifying, either it is your gap or it is with your backlog or anything. Okay. ਜੋ ਵੀ ਚੀਜ਼ ਤੁਸੀਂ ਜਸਟੀਫਾਈ ਕਰ ਸਕਦੇ ਹੋ। ਫੋਰ ਐਗਜ਼ਾਮਪਲ ਕਿਸੇ ਸਟੂਡੈਂਟ ਨੇ 2 4 5 6 10 ਸਾਲ ਉਹਨਾਂ ਕੋਲ ਜੌਬ ਐਕਸਪੀਰੀਅੰਸ ਆ, ਉਹਨਾਂ ਕੋਲ ਇੱਕ ਪਰਟੀਕੁਲਰ ਰੀਜ਼ਨ ਆ, ਈਵਨ ਦੋ ਉਹ ਇਟ ਇਜ਼ ਬਿਟਵੀਨ ਗ੍ਰੇਡ 10 ਗ੍ਰੇਡ 12 ਗ੍ਰੈਜੂਏਸ਼ਨ ਈਵਨ ਮਾਸਟਰ ਤੋਂ ਬਾਅਦ ਜਾਂ ਉਹਦੇ ਦੌਰਾਨ ਵੀ ਹੈਗਾ ਆ, ਦੇ ਜਸਟ ਨੀਡ ਟੂ ਜਸਟੀਫਾਈ ਲਈ ਵੀ ਡੋਂਟ ਨੀਡ ਐਨੀ ਡਾਕੂਮੈਂਟ, ਵੀ ਜਸਟ ਨੀਡ ਅ CV ਜਿਹਨੂੰ ਅਸੀਂ ਰਿਜ਼ਿਊਮੇ ਵੀ ਕਿਹਾ ਜਾਂਦਾ ਹੈ। CV ਦੇ ਵਿੱਚ ਤੁਸੀਂ ਜਸਟੀਫਾਈ ਕਰੋਗੇ, ਵੀ ਆਰ ਨਾਟ ਆਸਕਿੰਗ ਫॉर ਸੈਲਰੀ, ਵੀ ਆਰ ਨਾਟ ਆਸਕਿੰਗ ਫॉर ਐਨੀ ਡਾਕੂਮੈਂਟ ਦੇ ਵਿੱਚ ਤੁਸੀਂ ਆਪਣਾ CV ਸਬਮਿਟ ਕਰੋ ਐਂਡ ਯੂ ਕੈਨ ਅਪਲਾਈ। ਵੀ ਡੂ ਅੰਡਰਸਟੈਂਡ ਇਸ ਵਕਤ ਪੈਂਡੇਮਿਕ ਦੇ ਦੌਰਾਨ ਬਹੁਤ ਸਾਰੇ ਸਟੂਡੈਂਟ ਦਾ ਕੰਸਰਨ backlog ਦੇ ਰਿਲੇਟਡ ਵੀ ਰਿਹਾ। we are not asking for backlog certificate as of now. The student, if you have backlog but you don't have backlog certificate, we are not asking for backlog certificate. ਤੁਸੀਂ without backlog certificate ਵੀ ਅਪਲਾਈ ਕਰ ਸਕਦੇ ਹੋ। Sometimes student ਦੇ IELTS exam book ਹੋਇਆ ਪਿਆ, ਉਹਨਾਂ ਦਾ ਰਿਜ਼ਲਟ ਆਉਣ ਵਾਲਾ ਆ, even though they want to book their seat so that they won't miss, but they are very much sure ਕਿ ਉਹਨਾਂ ਦੇ required score ਆ ਜਾਣਗੇ, they can apply for conditional offer letter. See, being as a public institution, ਅਸੀਂ ਹਰ ਵਕਤ I'm available in India. ਬਿਲਕੁਲ ਤੁਸੀਂ ਸਹੀ ਕਿਹਾ ਕਿ ਲਾਈਕ ਡਾਇਰੈਕਟ ਪਾਰਟਨਰ ਜਾਂ ਡਾਇਰੈਕਟ ਏਜੰਟ ਦੀ ਕੀ ਹੁੰਦੀ ਆ, ਸਭ ਤੋਂ ਵੱਡੀ ਗੱਲ ਕਮਿਊਨੀਕੇਸ਼ਨ ਡਿਲੀਵਰੀ। ਦ ਮੇਜਰ ਸਟੂਡੈਂਟ ਵਟ ਆਈ ਹੈਵ ਸੀਨ they are facing the problem because ਉਹਨਾਂ ਦੀ ਕਮਿਊਨੀਕੇਸ਼ਨ ਉਹਨਾਂ ਤੱਕ ਸਹੀ ਟਾਈਮ ਤੇ ਨਹੀਂ ਪਹੁੰਚ ਪਾਉਂਦੀ। ਫੋਰ ਐਗਜ਼ਾਮਪਲ ਡੇ ਬਿਫੋਰ ਯੈਸਟਰਡੇ ਅਸੀਂ ਓਪਨ ਕੀਤਾ ਇਨਟੇਕ, ਰਾਤੀ 2 ਵਜੇ ਓਪਨ ਹੋਇਆ ਹੈ ਐਂਡ ਆਈ ਹੈਵ ਸੀਨ one of the first application being processed by Pioneer Immigration because ਰਾਤੀ 2 ਵਜੇ ਉਹਨਾਂ ਨੇ ਐਪਲੀਕੇਸ਼ਨ ਉਹ ਪ੍ਰੋਸੈਸ ਕੀਤੀ ਜਿਹੜੀ ਉਹਨਾਂ ਦੀ ਪਾਈਪਲਾਈਨ ਸੀਗੀਆਂ, because there are some program which can get filled like anything. We have program like early child education, personal and development support service, business, computer, or even though ਜਿੰਦਾ ਮੈਂ health ਦੀ ਗੱਲ ਕੀਤੀ, ਇੰਡੀਆ ਦੇ ਵਿੱਚ health is the only field. ਹੁਣ recently I got the application for practical nursing as well, even for bachelor nursing. ਇਹ ਉਹ ਪ੍ਰੋਗਰਾਮ ਨੇ ਜਿਨ੍ਹਾਂ ਦੀਆਂ ਸੀਟਾਂ ਬਹੁਤ ਹੀ ਜ਼ਿਆਦਾ ਲਿਮਿਟਡ ਹੁੰਦੀਆਂ ਨੇ। we can't accept application. For example, ਮੈਂ ਜੇ 3 ਐਪਲੀਕੇਸ਼ਨ ਇੰਡੀਆ ਲਈ ਲੈ ਰਿਹਾ, 3 ਤੁਹਾਡੇ ਲਈ ਤਾਂ ਹੋਏਗਾ ਯਾਰ ਸਿਰਫ 3 ਐਪਲੀਕੇਸ਼ਨ, but we need to understand
ਉਹ 3 ਐਪਲੀਕੇਸ਼ਨ ਦੇ ਵਿੱਚ ਵੀਜ਼ਾ ਸਕਸੈਸ ਰੇਟ ਵਿਲ ਬੀ ਹਾਈ ਬਿਕੋਜ਼ ਉਹਦੇ ਚ ਪ੍ਰੋਫਾਈਲ ਵੀ ਹੈਵ ਰਿਸੀਵ 8.5 ਐਂਡ ਈਵਨ ਦੋ ਰਿਕੁਆਇਰਮੈਂਟ 6.5 6 ਈਚ ਦੀ ਆ ਫॉर ਪ੍ਰੈਕਟੀਕਲ ਜਾਂ ਬੈਚਲਰਸ ਆਫ ਨਰਸਿੰਗ but students they are coming with very much quality and ਉਹਨਾਂ ਦਾ ਜਿਹੜਾ ਪ੍ਰੋਫਾਈਲ ਹੈ ਉਹਨਾਂ ਦਾ ਰਿਜ਼ਲਟ ਆ ਇਟ ਇਜ਼ very good ਜੇ ਤੁਹਾਡੇ ਪ੍ਰੋਫਾਈਲ 'ਚ ਕੋਈ ਜਸਟੀਫਾਈਬਲ ਡਾਕੂਮੈਂਟ ਨਹੀਂ ਹੈ ਜਾਂ ਫॉर ਐਗਜ਼ਾਮਪਲ ਬਿਕੋਜ਼ ਆਫ ਦੀ ਪੈਂਡੇਮਿਕ ਐਵਰੀਵਨ ਇਜ਼ ਅਵੇਅਰ ਕਿ ਤੁਹਾਡਾ ਗੈਪ ਹੈਗਾ ਜਾਂ ਤੁਹਾਡੇ ਕੋਲ ਕੋਈ ਜਸਟੀਫਿਕੇਸ਼ਨ ਨਹੀਂ ਹੈ ਈਵਨ ਦੋ ਯੂ ਕੈਨ ਡੋਂਟ ਪੁੱਟ ਐਨੀਥਿੰਗ ਰੋਂਗ ਆਪਣੇ ਪ੍ਰੋਫਾਈਲ ਨੂੰ ਵੇਸਟ ਨਾ ਕਰੋ ਖਰਾਬ ਨਾ ਕਰੋ ਕਿਉਂਕਿ ਵੀਜ਼ਾ ਆਫਿਸਰ ਇਜ਼ ਵੈਰੀ ਦੇ ਆਰ ਦ ਆਫਿਸਰ ਉਹ ਵੀਜ਼ਾ ਆਫਿਸਰ ਔਰ ਰਿਫਿਊਜ਼ਲ ਆਫਿਸਰ ਨਹੀਂ ਆ ਸੋ ਦੇ ਆਰ ਹੇਅਰ ਟੂ ਗਿਵ ਯੂ ਦ ਪੋਜ਼ਿਟਿਵ ਰਿਜ਼ਲਟ ਬਟ ਓਨਲੀ ਮੇਕ ਸ਼ੋਰ ਤੁਹਾਡੇ ਪ੍ਰੋਫਾਈਲ ਨੂੰ ਰੋਂਗ ਵੇ ਦੇ ਵਿੱਚ ਬਿਕੋਜ਼ ਤੁਸੀਂ ਤੁਹਾਡੇ ਮੁਤਾਬਕ ਲਾਈਕ ਈਵਨ ਦੋ ਦੇਰ ਸੋ ਮੈਨੀ ਪੀਪਲ ਹੂ ਆਰ ਸੇਇੰਗ ਕਿ ਰਿਫਿਊਜ਼ਲ ਆ ਰਿਹਾ ਬਟ ਰਿਫਿਊਜ਼ਲ ਦੇ ਬਹੁਤ ਸਾਰੇ ਰੀਜ਼ਨ ਆ ਕਿਉਂਕਿ ਐਸਓਪੀ 'ਚ ਤੁਸੀਂ ਕਿਸ ਤਰੀਕੇ ਨਾਲ ਜਸਟੀਫਾਈ ਕਰ ਰਹੇ ਹੋ in case if you have refusal please don't worry ਜੇ ਤੁਹਾਡਾ ਪ੍ਰੋਫਾਈਲ ਜੈਨੂਇਨ ਆ ਤੁਸੀਂ ਸਹੀ ਤਰੀਕੇ ਨਾਲ ਵੀਜ਼ਾ ਫਾਈਲ ਕਰ ਰਹੇ ਹੋ ਰੀਫਾਈਲ ਵੀ ਕਰ ਰਹੇ ਹੋ you can see the visa because I have seen so many visas ਜਿਹੜੇ ਕਿ sometime first phase ਜਾਂ second phase ਤੇ result ਨਹੀਂ ਲੈ ਪਾਈ positive but after that if they are able to justify the visa officer they can get the visa as well Okay, very nice, very true. अच्छा कोई scholarship options ਦਿੰਦਾ ਹੈ yes ਜੇ ਮੈਂ ਸੂ ਕਾਲਜ ਸਪੈਸੀਫਿਕਲੀ ਗੱਲ ਕਰਾਂ $250,000 ਦੀ ਅਸੀਂ ਐਨੂਅਲੀ ਸਕਾਲਰਸ਼ਿਪ ਆਫਰ ਕਰ ਰਹੇ ਹਾਂ ਵਿਚ ਆਰ ਇਨਕਰੀਜ਼ਿੰਗ ਐਵਰੀ ਈਅਰ ਬਟ ਸਕਾਲਰਸ਼ਿਪ ਵੀ ਨੀਡ ਟੂ ਅੰਡਰਸਟੈਂਡ ਅਸੀਂ ਕੈਨੇਡੀਅਨ ਐਜੂਕੇਸ਼ਨ ਮਾਰਕੀਟ ਦੇ ਵਿੱਚ ਅਸੀਂ ਨਾਰਥ ਅਮਰੀਕਨ ਮਾਰਕੀਟ ਦੀ ਗੱਲ ਕਰੀਏ ਵਿਚ ਇਜ਼ ਟੋਟਲੀ ਡਿਫਰੈਂਟ ਫਰੋਮ ਇੰਡੀਆ we always recommend ਜੇ ਕੋਈ ਸਟੂਡੈਂਟ ਅਪਲਾਈ ਕਰਨਾ ਚਾਹੁੰਦਾ ਹੈ they need to travel to Canada once they reach over there by the time ਜਦੋਂ ਉਹਨਾਂ ਦੀ ਸਟੱਡੀ ਹੋਏਗੀ ਉਹਨਾਂ ਦੀ ਪਰਫਾਰਮੈਂਸ ਦੇ ਬੇਸ ਤੇ ਉਹਨਾਂ ਨੂੰ ਸਕਾਲਰਸ਼ਿਪ ਮਿਲੇਗੀ ਬਿਕੋਜ਼ ਇਹਦੇ ਸਕਾਲਰਸ਼ਿਪ ਦੇ ਨਾਲ ਮੈਂ ਇੱਕ ਹੋਰ ਚੀਜ਼ ਜੋੜਾਂਗਾ ਸਟੂਡੈਂਟ ਬਹੁਤ ਸਾਰੇ ਕੰਸਰਨ ਹੁੰਦੇ ਜੌਬ ਮਾਰਕੀਟ ਨੂੰ ਲੈ ਕੇ ਕਿ ਲਾਈਕ ਹਾਊ ਦੇ ਵਿਲ ਅਪਲਾਈ ਇੰਡੀਆ ਦੇ ਵਿੱਚ ਈਵਨ ਦੋ ਦੇ ਆਰ ਗ੍ਰੈਜੂਏਟ ਬਟ ਉਹਨਾਂ ਕੋਲ ਕੋਈ ਐਕਸਪੀਰੀਅੰਸ ਨਹੀਂ ਹੁੰਦਾ ਕੋਈ ਰੈਫਰੈਂਸ ਨਹੀਂ ਹੁੰਦੀ ਬਾਈ ਦਾ ਟਾਈਮ ਜੋ ਤੁਸੀਂ ਕਾਲਜ ਜਾਂਦੇ ਹੋ ਯੂ ਸ਼ੁੱਡ ਬੀ ਵੈਰੀ ਮਚ ਓਪਨ ਜਿਹਦੇ ਵਿੱਚ ਤੁਹਾਡੇ ਕੋਲ ਬਹੁਤ ਸਾਰੇ ਹੁਣ ਫੋਰ ਐਗਜ਼ਾਮਪਲ ਮੈਂ ਕੁਝ ਪ੍ਰੋਗਰਾਮਸ ਦੀ ਗੱਲ ਕਰਾਂ ਚਾਹੇ ਉਹ अर्ਲੀ ਚਾਈਲਡ ਐਜੂਕੇਸ਼ਨ ਹੋ ਗਿਆ ਚਾਹੇ ਉਹ पर्सन डेवलपमेंट सपोर्ट वर्क होया चाहे सिविल इंजीनियरिंग टैक्नोलॉजी टैक्नीशियन हो गया चाहे वो डिजिटल मीडिया के अंदर बहुत सारे प्रोग्राम जिन्हां दे विच तुहानूं प्रैक्टिकल मिलणगे तुसीं कैनेडा दे विच किहो जी लोकेशन जा रहे जिहदे ज़्यादातर प्रोग्राम ਤੁਹਾਨੂੰ ਇੰਡੀਪੈਂਡੈਂਟਲੀ ਰੈਡੀ ਕਰ ਰਹੇ ਨੇ ਕਿਉਂਕਿ ਅਸੀਂ ਇੰਡੀਆ 'ਚ ਗੱਲ ਕਰਦੇ ਅਨਡਾਊਟਲੀ ਅਸੀਂ ਡਿਗਰੀ ਫੋਕਸ ਸਟੱਡੀ ਜਾਂ ਕਹਿੰਦੇ ਕਿ ਲਾਈਕ ਬੁੱਕ ਵਾਰਮਰ ਦੇ ਤੌਰ ਤੇ ਅਸੀਂ ਪੜ੍ਹਦੇ ਹਾਂ ਕਿਤਾਬਾਂ ਨੂੰ ਜਸਟ ਪੇਸਟ ਕਰਦੇ ਹਾਂ ਕੈਨੇਡਾ 'ਚ ਇੰਦਾ ਤੁਸੀਂ ਨਹੀਂ ਕਰ ਸਕਦੇ ਉਹ ਚਾਹੁੰਦੇ ਕਿ ਹਰ ਇੱਕ ਸਟੂਡੈਂਟ ਇੰਡੀਪੈਂਡੈਂਟਲੀ ਉਹਨਾਂ ਦੀ ਕੰਟਰੀ ਦੇ ਵਿੱਚ ਉਹਨਾਂ ਨੂੰ ਸਪੋਰਟ ਕਰੇ ਬਾਈ ਦਾ ਟਾਈਮ ਤੁਸੀਂ ਸਟੱਡੀ ਕੰਪਲੀਟ ਕਰਦੇ ਹੋ ਆਈ ਐਮ ਪ੍ਰੀਟੀ ਸ਼ੋਰ after 1 year even after 6 months you are going to have that experience which you will realize ki how different Canada is even for the job market even for the education and Canada is one of the top public like top country where the students are applying and they're getting excellent opportunities not only just for the study even for the long time even though student after the Canada study je India ke bhi apna career banande ne you will realize there's so much difference ਬਿਲਕੁਲ ਸਰ ਐਟ ਦੀ ਐਂਡ ਕੋਈ ਮੈਸੇਜ ਤੁਸੀਂ ਸ਼ੇਅਰ ਕਰਨਾ ਚਾਹੋ ਸਾਡੇ ਸਟੂਡੈਂਟਸ ਨਾਲ ਬਿਲਕੁਲ ਲਵਜੀਤ ਜੀ ਨੇ ਪਹਿਲਾਂ ਹੀ ਬੜਾ ਕਲੀਅਰ ਕੀਤਾ ਕਿ ਡਾਇਰੈਕਟ ਰਿਪਰੈਜ਼ੈਂਟੇਟਿਵ ਹੋਵੇ ਔਰ ਅਸੀਂ ਆਈਸੀਸੀ ਮੈਂਬਰ ਹੋਣ ਅਗਰ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੋਵੇ ਤਾਂ ਵੈਰੀ ਗੁੱਡ ਹੈਗਾ ਸਾਰੀ ਡਿਟੇਲਸ ਵੈਬਸਾਈਟ ਤੇ ਦੇਖ ਸਕਦੇ ਹੋ ਔਰ ਫੇਸਬੁੱਕ ਇੰਸਟਾਗ੍ਰਾਮ ਅੱਜਕੱਲ੍ਹ ਸੋਸ਼ਲ ਮੀਡੀਆ ਬੜਾ ਸਟਰੋਂਗ ਹੈਗਾ ਔਰ ਡੈਫੀਨੇਟਲੀ ਔਰ ਇੱਕ ਚੀਜ਼ ਜਿਹੜੀ ਜ਼ਰੂਰੀ ਹੈਗੀ ਹੈ ਕਿ ਅਲੱਗ-ਅਲੱਗ ਕੰਸਲਟੈਂਟਸ ਦੀ ਅਲੱਗ-ਅਲੱਗ ਐਕਸਪੀਰੀਅੰਸ ਅਲੱਗ-ਅਲੱਗ ਸਲਾਹ ਬੜੇ ਤਰ੍ਹਾਂ ਦੇ ਪੈਕੇਜਿਸ ਫੀਸ ਆਫਟਰ ਵੀਜ਼ਾ ਔਰ ਬੜੀ ਤਰ੍ਹਾਂ ਦੇ ਦੇਖੋ ਸਾਰਿਆਂ ਨੂੰ ਪਤਾ ਕਿ ਇੰਨੇ ਸਾਲਾਂ ਤੋਂ ਕਈ ਕੁਝ ਗਲਤ ਮਲਤ ਵੀ ਚੱਲਦਾ ਰਹਿੰਦਾ ਹੈਗਾ ਮਿਸਗਾਈਡੈਂਸ ਬਹੁਤ ਹੁੰਦੀ ਹੈਗੀ ਹੈ ਗਰੰਟੀਆਂ ਦਿੱਤੀਆਂ ਜਾਂਦੀਆਂ ਨੇ ਵੀਜ਼ੇ ਦੀਆਂ ਹਰ ਤਰ੍ਹਾਂ ਦੀਆਂ ਡਾਕੂਮੈਂਟਸ ਵੀ ਆਪ ਬਣਾਉਣ ਨੂੰ ਤਿਆਰ ਹੋ ਜਾਂਦੇ ਆ ਬੜਾ ਕੁਝ ਗਲਤ ਮਲਤ ਕਰਦੇ ਨੇ ਲੇਕਿਨ ਅਵੋਇਡ ਆਲ ਥੀਸ ਥਿੰਗਸ ਬੀ ਟਰੂ ਔਰ ਸੱਚੇ ਹੋਣ ਨਾਲ ਵੀ ਜਿਸ ਤਰ੍ਹਾਂ ਲਵਜੀਤ ਜੀ ਨੇ ਦੱਸਿਆ ਕਿ ਸੱਚੇ ਸੁੱਚੇ ਤਰੀਕੇ ਨਾਲ ਰੱਬ ਦਾ ਨਾਂ ਲੈ ਕੇ ਜੈਨੂਅਨ ਤਰੀਕੇ ਨਾਲ ਕਰੀਏ ਔਰ ਬਹੁਤ ਸਾਰੇ ਲੋਕਾਂ ਦੇ ਵੀਜ਼ੇ ਆਉਂਦੇ ਆ ਅਗਰ ਕੁਛ ਵੀ ਗਲਤ ਡਾਕੂਮੈਂਟ ਔਰ ਗਲਤ ਕੰਸਲਟੈਂਟਸ ਦੇ ਹੱਥੇ ਚੜ੍ਹ ਕੇ ਗਲਤ ਕਰਨ ਦੀ ਕੋਸ਼ਿਸ਼ ਗਲਤ ਡਾਕੂਮੈਂਟ ਦਾ ਮਤਲਬ ਫਰਾਡੂਲੈਂਟ ਡਾਕੂਮੈਂਟ ਲਾਏ 5 ਸਾਲ ਦਾ ਬੈਨ ਇਰਪਾ ਜਿਹੜਾ IRPA ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ IRPR ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨਸ ਕਾਨੂੰਨ ਜਿਹੜਾ ਕੈਨੇਡਾ ਦਾ ਉਹਦੇ ਵਿੱਚ ਉਹਦੇ ਅਕੋਰਡਿੰਗ ਕਈ ਤਰ੍ਹਾਂ ਦੀ ਪ੍ਰੋਬਲਮਸ ਆਉਣਗੀਆਂ ਸੋ ਟੇਕ ਕੇਅਰ ਆਫ ਦਿਸ ਬਿਲਕੁਲ ਬਿਲਕੁਲ ਜੀ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਜੀ ਕਿਉਂਕਿ ਬੱਚਿਆਂ ਦੇ ਮਨ 'ਚ ਕਨਫਿਊਜ਼ਨ ਸੀਗੀ ਇਸੇ ਕਰਕੇ ਅਸੀਂ ਡਾਇਰੈਕਟ ਮੈਨੇਜਰ ਜਿਹੜੇ ਨੇ ਉੱਥੋਂ ਦੇ ਕਾਲਜ ਦੇ ਸੂ ਕਾਲਜ ਉਹਨਾਂ ਨੂੰ ਇਨਵਾਈਟ ਕੀਤਾ ਤਾਂ ਕਿ ਕਲੈਰਿਟੀ ਜਿਹੜੀ ਉਹ ਸਾਡੇ ਸਟੂਡੈਂਟਸ ਨੂੰ ਮਿਲ ਸਕੇ ਸੋ ਮਈ ਇਨਟੇਕ ਬਹੁਤ ਨਜ਼ਦੀਕ ਹੈ ਜੇਕਰ ਜਾਣਾ ਚਾਹੁੰਦੇ ਬਹੁਤ ਜਲਦ ਕਿਉਂਕਿ ਬਹੁਤ ਘੱਟ ਸੀਟਸ ਨੇ ਹੋ ਸਕਦਾ ਉਹਨਾਂ ਸੀਟਸ ਦੇ ਵਿੱਚ ਤੁਹਾਡਾ ਨਾਮ ਸ਼ਾਮਿਲ ਹੋ ਜਾਏ ਪਰ ਜੇਕਰ ਤੁਸੀਂ ਸੀਰੀਅਸ ਹੋ ਸੋ ਥੈਂਕ ਯੂ ਸੋ ਮਚ ਲਵ ਜੀ ਥੈਂਕ ਯੂ ਸੋ ਮਚ ਸਰ ਬਹੁਤ ਬਹੁਤ ਥੈਂਕ ਯੂ ਸੋ ਥੈਂਕ ਯੂ ਸਤਿ ਸ਼੍ਰੀ ਅਕਾਲ ਸੋ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਵੀ ਦਿਓ ਇਜਾਜ਼ਤ ਆਈ ਹੋਪ ਤੁਸੀਂ ਪਾਇਨੀਅਰ ਇਮੀਗ੍ਰੇਸ਼ਨ ਦੇ ਨੰਬਰ ਜਿਹੜੇ ਨੇ ਉਹ ਨੋਟ ਕਰ ਲਏ ਹੋਣਗੇ ਸਤਿ ਸ਼੍ਰੀ ਅਕਾਲ